Due to poorer countries experiencing a brain drain, they are seeing many professionals such as doctors and teachers leaving to work in more developed countries. Poorer countries यानी कि underdeveloped countries ਜਿਹੜੀਆਂ brain drain experience ਕਰਦੀਆਂ ਪਈਆਂ। brain drain मतलब ਜਿਹੜੇ professionals ਆ ਉਹ ਆਪਣੀ country ਛੱਡ ਕੇ ਵਧੀਆ country developed countries ਉਹਨਾਂ ਦੇ ਵਿੱਚ work ਕਰਨ ਜਾਂਦੇ ਆ। ਅੱਗੇ ਇਹਦੀ definition ਵੀ given ਹੈ ਸਾਰੀ ਆ ਇੱਕ word ਆ ਗਿਆ, ਇੱਕ specific word ਆ ਗਿਆ ਜਿਹਨੂੰ ਆਪਾਂ ਟੈਕਨੀਕਲ ਵਰਡ ਵੀ ਕਹਿ ਦਿੰਦੇ ਵੀ ਕਿਸੇ ਵੇਲੇ ਦਾ ਮਤਲਬ ਨਹੀਂ ਸਮਝ ਲੱਗਦਾ ਬਟ ਉਹਦੀ ਇਸ ਕੇਸ ਦੇ ਵਿੱਚ ਅੱਗੇ ਡੈਫੀਨੇਸ਼ਨ ਗਿਵਨ ਹੈ they are seeing many professionals such as doctors and teachers leaving to work in more developed countries ਯਾਨੀ ਕਿ ਜਿਹੜੇ professionals ਆ ਡਾਕਟਰਸ ਆ ਇੰਜੀਨੀਅਰਸ ਆ ਟੀਚਰਸ ਆ ਉਹ ਆਪਣਾ ਦੇਸ਼ ਛੱਡ ਕੇ ਪੂਰਾ ਕੰਟਰੀ ਛੱਡ ਕੇ ਇੱਕ ਰਿਚ ਕੰਟਰੀ ਦੇ ਵਿੱਚ ਯਾਨੀ ਕਿ ਡਿਵੈਲਪਡ ਕੰਟਰੀ ਦੇ ਵਿੱਚ ਕੰਮ ਕਰਨ ਚਲੇ ਜਾਂਦੇ what problems does this cause ਇਹਦੇ ਨਾਲ ਕੀ ਪ੍ਰੋਬਲਮਸ ਆਉਂਦੀਆਂ what problems does this cause ਇਹਦੇ ਨਾਲ ਕੀ ਪ੍ਰੋਬਲਮ ਆਊਗੀ what solutions can be suggested to deal with the problem ਇਹਦੇ ਵਿੱਚ ਪ੍ਰੋਬਲਮ ਦੇ ਨਾਲ ਡੀਲ ਕਰਨ ਦੇ ਕੀ ਸੋਲੂਸ਼ਨ ਦਿੱਤੇ ਜਾ ਸਕਦੇ ਠੀਕ ਹੈ ਹੁਣ ਆਪਾਂ ਇੱਥੇ ਲਿਖਣੇ ਆ ਇਫੈਕਟ ਇਹਦਾ ਤੇ ਸੋਲੂਸ਼ਨ ਕੀ ਇਫੈਕਟ ਹੋਊਗਾ ਇਹਦਾ ਯਾਨੀ ਕਿ ਕੀ ਪ੍ਰੋਬਲਮਸ ਆਉਣਗੀਆਂ ਇਹਦੇ ਨਾਲ ਤੇ ਉਹਦਾ ਸੋਲੂਸ਼ਨ ਕੀ ਹੋਊਗਾ ਇਹ ਚੀਜ਼ਾਂ ਕਿਸੇ ਵੇਲੇ ਕੀ ਹੁੰਦਾ ਵਾ ਇੱਕ ਦੋ ਚੀਜ਼ਾਂ ਆਪਾਂ ਦੋ ਤਰੀਕੇ ਨਾਲ ਐਸੇ ਨਾਲ ਲਿਖ ਸਕਦੇ ਜੋ ਇਫੈਕਟ ਦੱਸਾਂਗੇ ਠੀਕ ਹੈ ਉਹਦਾ ਸੋਲੂਸ਼ਨ ਹੀ ਦੱਸ ਦੇਣਾ ਹੁੰਦਾ ਦੂਜਾ ਹੁੰਦਾ ਇਫੈਕਟ ਵੱਖਰਾ ਠੀਕ ਹੈ ਸੋਲੂਸ਼ਨ ਜਿਹੜਾ ਵਾ ਉਹ ਸਟੇਟਮੈਂਟ ਦਾ ਦੱਸਣਾ ਜੋ ਸਟੇਟਮੈਂਟ ਉੱਪਰ ਗਿਵਨ ਹੈ ਯਾਨੀ ਕਿ ਉਹਦਾ ਸੋਲੂਸ਼ਨ ਥਰਡ ਆਉਂਦਾ ਇਫੈਕਟ ਤੇ ਸੋਲੂਸ਼ਨ ਕਿਹਦਾ ਸਟੇਟਮੈਂਟ ਤੇ ਇਫੈਕਟ ਦੋਨਾਂ ਦਾ ਕਲੱਬ ਕਰਕੇ ਇਦਾਂ ਦਾ ਠੀਕ ਹੈ ਤਿੰਨੇ ਹੀ ਟਾਈਪ ਠੀਕ ਹੈ ਜਿਹੜੇ ਪੁਆਇੰਟਸ ਤੁਹਾਨੂੰ ਹੁਣ ਇਫੈਕਟਸ ਦੇ ਸਾਰਿਆਂ ਦੇ ਵਿੱਚ ਕਾਮਨ ਆਉਣਗੇ ਜਿਹੜੇ ਇਫੈਕਟ ਆ ਵੀ ਇਫੈਕਟ ਇਫੈਕਟ ਤੇ ਸਾਰੇ ਚ ਇੱਕੋ ਹੀ ਲਿਖੂਗਾ ਬਟ ਸੋਲੂਸ਼ਨ ਹੈ ਤੁਸੀਂ ਵੇਰੀ ਕਰ ਸਕਦੇ ਜੇ ਹੁਣ ਡਿਪੈਂਡ ਕਰਦਾ ਵੀ ਤੁਸੀਂ ਇਹਨਾਂ ਚੋਂ ਕਿਹੜੀ ਟਾਈਪ ਲਿਖੋਗੇ ਤੁਹਾਡੇ ਇੱਥੇ ਪੁਆਇੰਟਸ ਕੀ ਆਉਂਦੇ ਆ ਠੀਕ ਹੈ ਜੇ ਸਪੋਜ਼ ਤੁਹਾਨੂੰ ਜੋ ਇਫੈਕਟ ਦੱਸਿਆ ਤੁਸੀਂ ਇਹਦਾ ਹੀ ਪੁਆਇੰਟ ਆ ਗਿਆ ਤਾਂ ਤੁਸੀਂ ਆਹ ਫਸਟ ਟਾਈਪ ਕਰਨੀ ਠੀਕ ਹੈ ਜੋ ਇਫੈਕਟ ਦੱਸਿਆ ਇੱਥੇ ਪ੍ਰੋਬਲਮ ਹੋਰ ਦੱਸੀ ਸੋਲੂਸ਼ਨ ਜਿਹੜਾ ਵਾ ਉਹ ਇਹਦਾ ਆਇਆ ਸਟੇਟਮੈਂਟ ਦਾ ਸੋਲੂਸ਼ਨ ਆਇਆ ਵੀ ਉਹਨਾਂ ਨੂੰ ਬਾਹਰ ਜਾਣ ਤੋਂ ਕਿੱਦਾਂ ਰੋਕਿਆ ਜਾ ਸਕਦਾ ਇਹਦਾ ਸੋਲੂਸ਼ਨ ਆਇਆ ਏਦਾਂ ਫਿਰ ਤੁਸੀਂ ਆਹ ਸੈਕੰਡ ਟਾਈਪ ਇੰਕਲੂਡ ਕਰਨੀ ਹੈ ਠੀਕ ਆ ਹੁਣ ਜੇ ਤੁਸੀਂ ਸੋਲੂਸ਼ਨ ਜਿਹੜਾ ਦੱਸਿਆ ਵਾ ਸਟੇਟਮੈਂਟ ਦਾ ਵੀ ਦੋਵਾਂ ਦਾ ਕਲੱਬ ਕਰਕੇ ਦੱਸ ਦਿੱਤੇ ਦੈਨ ਤੁਹਾਡੀ ਜਿਹੜੀ ਟਾਈਪ ਯੂਜ਼ ਹੋਊਗੀ ਆਹ ਵਾਲੀ ਠੀਕ ਹੈ ਕੋਈ ਜ਼ਿਆਦਾ ਫਰਕ ਨਹੀਂ ਹੈ ਫਾਰਮੈਟ ਤਿੰਨਾਂ ਦਾ ਸੇਮ ਹੀ ਹੈ ਬਸ ਇਹ ਹੈ ਵੀ ਪੁਆਇੰਟਸ ਥੋੜੇ ਆਪਾਂ ਫਿਰ ਜਿਹੜਾ ਟੌਪੀਕਲ ਸੈਂਟੈਂਸ ਬਣਾਉਣਾ ਹੁੰਦਾ ਉਹ ਧਿਆਨ ਨਾਲ ਬਣਾਉਣਾ ਹੁਣ ਇਹਦੇ ਦੱਸੋ ਫਿਰ ਕੀ ਇਫੈਕਟਸ ਹੋ ਸਕਦੇ ਆ ਜੇ ਆਪਾਂ ਹੁਣ ਲਿਖਣੇ ਇਫੈਕਟਸ ਉਹਦੇ ਜੇ ਸਾਰੇ ਪ੍ਰੋਫੈਸ਼ਨਲਸ ਬਾਹਰ ਜਾਈ ਜਾ ਰਹੇ ਆ ਰਿਚ ਕੰਟਰੀਜ਼ 'ਚ ਜਾਈ ਜਾ ਰਹੇ ਤੇ ਉਹਦਾ ਕੀ ਇਫੈਕਟ ਹੋ ਰਿਹਾ ਦੱਸੋ ਕੀ ਇਫੈਕਟ ਹੋ ਸਕਦੇ ਸਰ ਜੇ ਬ੍ਰੇਨ ਡਰੇਨ ਹੋ ਜਾਣਗੇ ਤਾਂ ਡਿਵੈਲਪਮੈਂਟ ਆਪਣੇ ਦੇਸ਼ ਦੀ ਰੁਕ ਜਾਏਗੀ ਡਿਵੈਲਪਮੈਂਟ ਜਿਹੜੀ ਆ ਸਲੋ ਹੋ ਜੂਗੀ ਜਾਂ ਫਿਰ ਸਟੈਗਨੈਂਟ मतलब कांस्टेंट जी होगी और कोई पॉइंट चलो फिर यदि एक्सप्लेनेशन जो सपोज होने यही पॉइंट आया यही टॉपिकल सेंटेंस बन गया ठीक है यदि एक्सप्लेनेशन भी कितना डेवलपमेंट स्लो हो जाएगी ਸਰ ਜਿੱਦਾਂ ਮਤਲਬ ਪ੍ਰੋਫੈਸ਼ਨਲ ਟੀਚਰਸ ਆ ਉਹ ਬਾਹਰ ਜਾ ਕੇ ਵਰਕ ਕਰਨਗੇ ਤੇ ਇੱਥੇ ਸਾਡੇ ਮਤਲਬ ਕੰਟਰੀਜ਼ ਨੂੰ ਐਜੂਕੇਸ਼ਨ ਵਧੀਆ ਨਹੀਂ ਪ੍ਰੋਵਾਈਡ ਹੋਏਗੀ ਹਾਂਜੀ
कोई भी प्रोफैशनल आ, हम सपोज टीचर है, डॉक्टर है, इंजीनियर है, वो पढ़िया तो इत्थों ही आ। पढ़िया कितना गवर्नमेंट ने जिहड़े काफ़ी पैसा लाया कॉलेजेस यूनिवर्सिटीज़ बनाउण दे लई, उन्हां दी एजुकेशन दे लई। बट जदों इत्थों एजुकेशन अचीव करके, ठीक है, इत्थे नहीं वर्क करते, इट मीनस वो क्वालिटी एजुकेशन जिहड़ी है गां नहीं प्रोवाइड हो रही। जो भी लेबर प्रोड्यूस करते पे है सारे लेबर ही है ना, डॉक्टर भी लेबर करते हैं, टीचर्स भी करते हैं, इंजीनियर्स भी करते हैं, सारे एक तरह का वर्क करना चाहते इतने। बट जो इतने क्वालिटी लेबर ही नहीं प्रोड्यूस होएगी, वो जी नवी टैक्नोलॉजीज है। हम सपोज इतने एक साइंटिस्ट आ इंडिया के पढ़ लिया, IIT चों स्टूडेंट्स पढ़ते पे इंजीनियर, बट वो अमेरिकन कंपनीज जॉब करी जा रहे, जिन्नी भी डिवेलपमेंट है उत्थे हो रही जाके, क्योंकि नवे आइडियाज जिहड़े आ उत्थे इंप्लीमेंट हो रहे हैं, नवा इंफ्रास्ट्रक्चर जिहड़ा वा उत्थे मिलता पिया, उत्थे बनता पिया वा। कोई भी चीज़ जिहड़ी पहलां वा उत्थे बनती पई है, सो वो इधर आण के फिर दोबारा उस चीज़ नूं सेल करते पे। अपने देश दे विच कोई जिहड़ी चीज़ नवी चीज़ नहीं बनती, ठीक है। हुण ये सारा प्रोसैस आपां इत्थे लिख दांगे, गवर्नमेंट स्पेंडिंग funds provide education। उस तो बाद many people after graduation move abroad, वो अब्रॉड चले जाएंगे। उस तो बाद नो और यस आ जाऊगा सारा प्रोसेस। डेवलपमेंट स्लो कितना हो जाती है, गवर्नमेंट पैसे खर्च करती है, उन्होंने ग्रेजुएशन करने तो बाद वो बाहर चले जाते, जिहदे करके अपने देश के विच प्रोफैशनल्स की कमी आ जाती है, ते वो कोई भी क्वालिटी चीज़ नहीं प्रोवाइड करा सकते, ना क्वालिटी एजुकेशन प्रोवाइड हो रही है, ना क्वालिटी मैडिकल फैसिलिटीज़ प्रोवाइड हो रही हैं, जिहदे करके इत्थों के लोग सफर करते हैं। ठीक है, हुण इहदा सोल्यूशन की हो सकदा? सोल्यूशन की हो सकदा हुण इहदा? सर इत्थे जॉब प्रोवाइड करन ते गुड सैलरी देन उन्हां नूं। गुड सैलरी दे नाल मैं गुड अपॉर्चुनिटीज़ लिखदा। हाँ जी, अपॉर्चुनिटी गुड होण, जॉब्स होण, फिर ही आ रहन इत्थे, इत्थे ते जॉब्स ही हैनी आ। In own country, more opportunities in own country with handsome package, चंगी सैलरी है। और सोल्यूशन कल मैं एक चीज़ दसी सोल्यूशन बारे, ਸਰ ਗਵਰਨਮੈਂਟ ਪਾਲਿਸੀਜ਼ ਨੂੰ ਉਹਨੂੰ ਗਵਰਨਮੈਂਟ ਨੂੰ ਪਾਲਿਸੀਜ਼ ਚਲਾਉਣੀਆਂ ਚਾਹੀਦੀਆਂ ਵਾ ਤੇ हाँ जी ਉਹਨਾਂ ਦੇ ਨੀਚੇ ਆ ਪਾਲਿਸੀਜ਼ ਆ ਜੂਗੀਆਂ। रूल्स बनाने चाहिए, उन्हें रोकना चाहिए कुछ। हाँ जी, गवर्नमेंट शुड हाँ, रूल्स बनाने तो उन्हें रोकना बाहर जाना। stringent policies
restrict their movement, ਉਹਨਾਂ ਦੀ ਮੂਵਮੈਂਟ ਨੂੰ ਰੋਕਣ ਲਈ ਗਵਰਨਮੈਂਟ ਜਿਹੜੀ ਆ ਇਹ ਸਟ੍ਰਿੰਜੈਂਟ ਪਾਲਿਸੀਜ਼ ਜਿਹੜੀਆਂ ਸਟ੍ਰਿਕਟ ਪਾਲਿਸੀਜ਼ ਬਣਾਉਣੀ ਚਾਹੀਦੀ, ਜਿਵੇਂ ਕਿ ਹੁਣ ਸਪੋਜ਼ IIT ਆ, ਸਾਰੇ ਗਵਰਨਮੈਂਟ ਔਨਡ ਕਾਲਜ ਆ, ਸਾਰੇ ਗਵਰਨਮੈਂਟ ਨੇ ਬਣਾਏ ਆ ਤੇ ਉੱਥੇ ਬੈਸਟ ਇੰਫਰਾਸਟ੍ਰਕਚਰ ਮਿਲਦਾ ਹੈ ਇੰਜੀਨੀਅਰਿੰਗ ਕਰਨ ਵਾਸਤੇ, ਠੀਕ ਹੈ। ਉੱਥੋਂ ਦੀ ਫੀਸ ਵੀ ਘੱਟ ਹੁੰਦੀ ਹੈ ਸਟੂਡੈਂਟਸ ਦੀ, ਬਟ ਫਿਰ ਵੀ ਉਹ ਸਾਰੀਆਂ ਚੀਜ਼ਾਂ ਅਟੇਨ ਕਰਕੇ ਬਾਹਰ ਚਲੇ ਜਾਂਦੇ ਆ। ਸੋ ਗਵਰਨਮੈਂਟ ਇੱਦਾਂ ਦੀ ਪਾਲਿਸੀ ਬਣਾ ਸਕਦੀ ਆ ਵੀ ਉਹਨਾਂ ਨੂੰ, ਜੇ ਉਸ ਕਾਲਜ ਤੋਂ ਪੜ੍ਹਿਆ ਸਟੂਡੈਂਟ ਆ, ਉਸ ਯੂਨੀਵਰਸਿਟੀ ਤੋਂ ਪੜ੍ਹਿਆ ਸਟੂਡੈਂਟ ਆ, ਉਹਨੂੰ ਰਿਸਟ੍ਰਿਕਟ ਕਰ ਸਕਦੀ ਹੈ ਵੀ 5 ਸਾਲ ਦੇ ਲਈ ਉਹ ਆਪਣੇ ਹੀ ਦੇਸ਼ ਦੇ ਵਿੱਚ ਕੰਮ ਕਰੇ, ਉਸ ਤੋਂ ਬਾਅਦ ਉਹ ਕਿਤੇ ਮੂਵ ਕਰ ਸਕਦਾ 5 ਸਾਲ ਦੇ ਲਈ, 10 ਸਾਲ ਦੇ ਲਈ, ਇੱਦਾਂ ਹੋ ਸਕਦਾ। ਇੱਦਾਂ ਦੀਆਂ ਪਾਲਿਸੀਜ਼ ਬਣ ਸਕਦੀਆਂ। ਹੁਣ ਇਹ ਆਪਾਂ ਐਗਜ਼ਾਮਪਲ 'ਚ ਲਿਖ ਸਕਦੇ ਹਾਂ, ਬਟ ਇੱਥੇ ਐਕਸਪਲੇਨੇਸ਼ਨ 'ਚ ਕੀ ਲਿਖਾਂਗੇ? ਇੱਥੇ as well as ਲਾ ਕੇ more opportunities in own country with handsome package, ਉਹ ਵੀ ਉਹਨਾਂ ਨੂੰ ਰੋਕ ਦੂਗੀ। ਹੁਣ ਨੈਕਸਟ ਇੰਨੀਆਂ ਐਗਜ਼ਾਮਪਲਸ, ਇਹਦੀ ਐਗਜ਼ਾਮਪਲ ਉਹੀ ਲਿਖ ਸਕਦੇ ਹਾਂ ਆਪਾਂ। ਹੁਣ ਕੱਲ ਐਗਜ਼ਾਮਪਲ ਬਾਰੇ ਦੱਸਿਆ ਸੀਗਾ ਵੀ ਜੇ ਐਗਜ਼ਾਮਪਲ ਨੈਗੇਟਿਵ ਲਿਖਣੀ ਆ, ਪੋਜ਼ਿਟਿਵ ਲਿਖਣੀ ਆ, ਤੇ ਕਿਸ ਤਰੀਕੇ ਨਾਲ ਲਿਖਣੀ ਆ। ਹੁਣ ਇੱਥੇ ਐਗਜ਼ਾਮਪਲ ਕਿਹੜੀ ਕੰਟਰੀ ਦੀ ਮੈਂ ਲਿਖੂੰਗਾ, ਜੇ ਮੈਂ ਕੋਈ ਕੰਟਰੀ 'ਚ ਲਿਖਣੀ ਆ, ਕੰਚਨ ਨੇਪਾਲ ਲਿਖ ਦੋ, ਪਾਕਿਸਤਾਨ ਲਿਖ ਦੋ, ਡਿਵੈਲਪਿੰਗ ਕੰਟਰੀ, ਆਪਣੀ ਕੰਟਰੀ। ਸਰ ਡਿਵੈਲਪਿੰਗ ਕੰਟਰੀ ਲਿਖਣੀ ਐਗਜ਼ਾਮਪਲ 'ਚ ਕਿ ਨॉन ਡਿਵੈਲਪਿੰਗ ਲਿਖਣੀ ਹੈ? ਇਹਦੇ ਵਿੱਚ ਹੁੰਦੀ ਹੈ ਡਿਵੈਲਪਡ ਹੁੰਦੀ ਹੈ ਜਿਹੜੀ ਆਲਰੇਡੀ ਪੂਰੀ ਡਿਵੈਲਪ ਹੋ ਗਈ ਹੈ, ਜਿਵੇਂ ਕੈਨੇਡਾ, ਅਮਰੀਕਾ, ਆਸਟ੍ਰੇਲੀਆ, ਠੀਕ ਹੈ। ਡਿਵੈਲਪਿੰਗ ਹੁੰਦੀ ਹੈ ਡਿਵੈਲਪ ਕਰਦੇ ਪਏ, ਦੋ ਹੀ ਕੰਟਰੀਜ਼ ਹੁੰਦੀਆਂ ਵਾ। ਇੱਕ ਜੇ ਮੈਂ ਅੰਡਰ ਡਿਵੈਲਪਡ ਕਹਿ ਲਾਂ ਤੇ ਉਹ ਆ ਵੀ ਬਹੁਤ ਜ਼ਿਆਦਾ ਇਕਨੋਮੀ ਜਿਵੇਂ ਡਾਊਨ ਹੋ ਰਹੀ ਹੈ, ਅਫਰੀਕਾ ਹੋ ਗਿਆ, ਅਫਰੀਕਨ ਕੰਟਰੀਜ਼ ਦੇ ਵਿੱਚ, ਠੀਕ ਹੈ। ਹੁਣ ਇੰਡੀਆ ਉਹ ਡਿਵੈਲਪਿੰਗ ਇਕਨੋਮੀ ਆ, ਡਿਵੈਲਪ ਨਹੀਂ ਹੈਗੀ ਅਜੇ ਤੱਕ। ਸੋ ਇੰਡੀਆ ਦੀ ਵੀ ਆਪਾਂ ਲਿਖ ਸਕਦੇ ਹਾਂ ਇਹਦੇ ਵਿੱਚ, ਤੇ ਲਿਖਣੀ ਹੋਵੇ, ਠੀਕ ਹੈ। ਹਾਂਜੀ ਠੀਕ ਆ। ਇਹਦੇ ਵਿੱਚ श्रीलंकन गवर्नमेंट,
एग्जाम्पल लिख सकते हैं आप श्रीलंका ਦੇ ਵਿੱਚ ਗਵਰਨਮੈਂਟ ਜਿਹੜਾ 10 ਸਾਲ ਦਾ ਬੈਨ ਲਗਾਇਆ ਹੋਇਆ ਹੈ ਤੇ ਉਹਨਾਂ ਨੂੰ ਆਪਣੇ ਪਹਿਲੇ 10 ਸਾਲ ਸਰਵਿਸ ਦੇ ਇੱਥੇ ਹੀ ਦੇਣੇ ਪੈਣਗੇ ਆਪਣੀ ਕੰਟਰੀ ਦੇ ਵਿੱਚ ਜਿਹਦੇ ਕਰਕੇ ਉਹਨਾਂ ਨੂੰ ਉੱਥੇ ਤਰੱਕੀ ਬਹੁਤ ਹੋ ਰਹੀ ਹੈ। ਹੁਣ ਇਹਦੀ ਐਗਜ਼ਾਮਪਲ ਇੱਥੇ ਫਿਰ ਇੰਡੀਆ ਦੀ ਲਿਖ ਸਕਦੇ ਹਾਂ। ਇੱਥੇ ਤੁਸੀਂ ਐਗਜ਼ਾਮਪਲ ਜਿਹੜੀਆਂ ਮੈਂ ਐਗਜ਼ਾਮਪਲਸ ਲਿਖੀਆਂ ਨਾ ਇਹੋ ਹੀ ਸੇਮ ਲਾਈਨਾਂ ਤੁਸੀਂ ਕਨਕਲੂਜਨ 'ਚ ਵੀ ਲਿਖ ਸਕਦੇ ਹੋ ਜੇ ਤੁਸੀਂ ਐਗਜ਼ਾਮਪਲ ਕੋਈ ਹੋਰ ਲਿਖ ਸਕਦੇ। ਇੱਥੇ ਅਕੋਰਡਿੰਗ ਟੂ ਸਰਵੇ ਪਾ ਸਕਦੇ ਅਕੋਰਡਿੰਗ ਟੂ ਸਰਵੇ ਇੰਡੀਆ ਦੇ ਵਿੱਚ ਇਹ ਚੀਜ਼ ਹੋਈ ਉੱਥੇ ਆਪਣਾ ਆ ਦੱਸ ਦੋਗੇ। ਹੁਣ ਮੈਂ ਅੱਜ ਐਗਜ਼ਾਮਪਲ ਬਣਾਉਣੀ ਦੱਸ ਦਿੰਦਾ ਵੀ ਐਗਜ਼ਾਮਪਲ ਕਿਸ ਤਰੀਕੇ ਨਾਲ ਬਣਾਉਣੀ ਹੈ ਕੋਈ ਕੋਈ ਵੀ ਐਗਜ਼ਾਮਪਲ ਆ ਰਹੇ ਉਹਦੇ 3 ਪਾਰਟ ਹੋਣੇ ਚਾਹੀਦੇ ਆ। ਸਭ ਮੇਨ ਦੀ ਐਗਜ਼ਾਮਪਲ ਇਹੀ ਆ ਐਵੀਡੈਂਸ ਦੇਣਾ ਆ एविडेंस ऑफ मेन पॉइंट किहड़ा यानी कि जिहड़ा तुसीं सब तो पहला लिखिया आ चीज़ इहदा सबूत देना आ मेन पॉइंट इहदा सबूत देना ठीक है। हुण उहनूं देण वास्ते किस तरीके नाल है सब तो पहला ते आपां पा सकदे हां सर्वे या कोई रिपोर्ट ठीक है। उहदे विच जिक्र करांगे मेन पॉइंट ते प्रॉब्लम स्टेटमेंट फिर मेन पॉइंट ये चीज हुण इत्थे मैं जिहड़ी पहली एग्जांपल है इस तरीके नाल बना सकदा अकॉर्डिंग टू रिपोर्ट published by Oxford University .67% of scientists from India are moving to USA which is creating obstruction in the development of Space Agency of India, thus whole nation. आ चीज आ सकती है एग्जांपल सब तो पहला जिक्र कादा कीता कि मैं एक रिपोर्ट के अकॉर्डिंग मैं एक रिपोर्ट पढ़ी फिर स्टेटमेंट की सी ब्रेन ड्रेन इतने मैं लिखता 67%
ਸਾਇੰਟਿਸਟ ਇੰਡੀਆ ਦੇ USA ਜਾ ਰਹੇ ਆ, ਠੀਕ ਆ, ਯਾਨੀ ਕਿ ਇੱਥੋਂ ਤੱਕ ਆ ਗਈ ਹੋਗੀ ਸਟੇਟਮੈਂਟ। ਫਿਰ ਮੈਂ ਆਪਣਾ ਦੱਸਿਆ ਪੁਆਇੰਟ, ਮੇਨ ਪੁਆਇੰਟ ਵਿਚ ਇਜ਼ ਕ੍ਰੀਏਟਿੰਗ obstruction in the development of space agency। ਆ ਜਿਹੜੀ ਚੀਜ਼ ਆ ਪੁਆਇੰਟ, ਵੀ ਉਹਦੀ ਡਿਵੈਲਪਮੈਂਟ ਨਹੀਂ ਹੋ ਰਹੀ ਕੰਟਰੀ ਦੀ। ਕੋਈ ਵੀ ਐਗਜ਼ਾਮਪਲ ਲਿਖਣੀ ਆ ਉਹਦੇ 3 ਪਾਰਟ ਰਹਿਣਗੇ। ਪਹਿਲਾਂ ਤੇ ਆਪਾਂ ਦੱਸਣਾ ਵੀ ਐਗਜ਼ਾਮਪਲ ਆਪਾਂ ਲਈ ਕਿੱਥੋਂ, ਰਿਪੋਰਟ ਆ, ਸਰਵੇ ਆ, ਫਿਰ ਸਟੇਟਮੈਂਟ ਦਾ ਜ਼ਿਕਰ ਕਰਾਂਗੇ ਇਹਦੇ ਵਿੱਚ, ਫਿਰ ਉਹਦੇ ਪੁਆਇੰਟ ਦਾ। ਹੁਣ ਇਸੇ ਤਰੀਕੇ ਦੇ ਨਾਲ ਆਪਾਂ ਕੀਤਾ ਨਾ ਵੀ ਕੰਟਰੀ ਆ ਉਹਨੇ ਬੈਨ ਇੰਪੋਜ਼ ਕੀਤਾ ਮਾਈਗ੍ਰੇਸ਼ਨ ਤੇ, ਸਟੇਟਮੈਂਟ ਦਾ ਜ਼ਿਕਰ ਹੋਇਆ ਮਾਈਗ੍ਰੇਸ਼ਨ, ਠੀਕ ਆ, ਇਹ ਪੁਆਇੰਟ ਦਾ ਵੀ ਜ਼ਿਕਰ ਹੋ ਗਿਆ ਤੇ ਉਹਦਾ ਲਾਸਟ ਤੇ ਰਿਜ਼ਲਟ ਦੱਸਦਾ ਇਹ ਵੀ ਉਹਦਾ ਰਿਜ਼ਲਟ ਕੀ ਆ ਰਿਹਾ, ਠੀਕ ਆ, ਇਹ ਚੀਜ਼। ਕਲੀਅਰ ਹੈ ਇੱਥੋਂ ਤੱਕ ਸਾਰਿਆਂ ਨੂੰ? ਯੈਸ ਸਰ। ਕੋਈ ਪ੍ਰੋਬਲਮ ਤਾਂ ਨਹੀਂ ਹੈ? ਕੋਈ ਡਾਊਟ ਹੈ ਤਾਂ ਪੁੱਛ ਸਕਦੇ ਹੋ। ਸਰ ਇੱਕ ਵਾਰੀ ਸਟੇਟਮੈਂਟ ਕਰਵਾ ਦਿਓ, ਮੈਂ ਲੇਟ ਜੁਆਇਨ ਹੋਈ ਹਾਂ। ਮੈਂ ਉਹ ਵੀਡੀਓ ਸੈਂਡ ਕਰ ਦਿੰਦਾ ਤੁਹਾਨੂੰ। ਓਕੇ ਸਰ, ਓਕੇ।